वाहिगुरु जी का खालसा वाहिगुरु जी की फतेह। परम सन्मानयोग गुरु प्यारी साध संगत जीओ, अज तो आपां जपजी साहिब जी दे मूल पाठ ਅਤੇ ਉਹਦੇ ਅੱਖਰੀ ਅਰਥਾਂ ਦੇ ਨਾਲ ਜਿਹੜੀ ਉਹ ਸਾਂਝ ਪਾਵਾਂਗੇ। ਭਾਵੇਂ ਕਿ ਜਿਸ ਵੇਲੇ ਆਪਾਂ ਜਪਜੀ ਸਾਹਿਬ ਦਾ ਪਾਠ ਕਰਦੇ ਹਾਂ, ਇਹਦੇ ਵਿੱਚ ਬਹੁਤ ਹੀ ਡੂੰਘਾਈਆਂ ਹੁੰਦੀਆਂ ਨੇ, ਕਈ ਚੀਜ਼ਾਂ ਵੇਖੀਆਂ ਜਾਂਦੀਆਂ ਨੇ, ਪਰ ਕੁਝ ਸੰਗਤਾਂ ਦੀ ਇਹ ਮੰਗ ਸੀ ਕਿ ਜਦੋਂ ਅਸੀਂ ਨਿਤਨੇਮ ਕਰਦੇ ਹਾਂ ਉਸ ਵੇਲੇ ਸਾਨੂੰ ਉਚਾਰਨ ਕਰਨ ਦੇ ਵਿੱਚ ਮੁਸ਼ਕਲ ਆਉਂਦੀ ਹੈ। ਕਈ ਨਿੱਕੀਆਂ ਨਿੱਕੀਆਂ ਗਲਤੀਆਂ ਹੁੰਦੀਆਂ ਨੇ ਅਤੇ ਸਾਨੂੰ ਅਰਥਾਂ ਦਾ ਪਤਾ ਨਹੀਂ ਲੱਗਦਾ। ਸੋ ਇਸ ਕਰਕੇ ਉਹਨਾਂ ਸੰਗਤਾਂ ਦਾ ਇਹ ਖਿਆਲ ਰੱਖਦੇ ਹੋਏ ਸਿਰਫ ਆਪਾਂ ਜਪਜੀ ਸਾਹਿਬ ਦਾ ਮੂਲ ਪਾਠ, ਮੈਂ ਇਹਨੂੰ ਸ਼ੁੱਧਤ ਨਹੀਂ ਕਹਿ ਸਕਦਾ ਕਿਉਂਕਿ ਜਿੰਨੀ ਕੁ ਮਾਲਕ ਨੇ ਮੱਤ ਦਿੱਤੀ ਹੈ ਮੈਂ ਉਨਾ ਕੁ ਹੀ ਅਰਜ਼ ਕਰਾਂਗਾ। ਇਸ ਕਰਕੇ ਜਪਜੀ ਸਾਹਿਬ ਦਾ ਮੂਲ ਪਾਠ ਅਤੇ ਇਹਦੇ ਸਿਰਫ ਜਿਹੜੇ ਅੱਖਰੀ ਅਰਥ ਨੇ ਆਪਾਂ ਉਹਦੇ ਨਾਲ ਸਾਂਝ ਪਾਉਣੀ ਹੈ। ਅਤੇ ਇੱਕ ਬੇਨਤੀ ਮੈਂ ਪਹਿਲਾਂ ਕਰ ਦੇਵਾਂ ਕਿ ਸਾਡੀਆਂ ਵੱਖੋ ਵੱਖ ਸਿੱਖ ਮੱਤ ਨੂੰ ਲੈ ਕੇ ਸੰਪਰਦਾਵਾਂ ਚੱਲਦੀਆਂ ਨੇ। ਇਹ ਜਿਨ੍ਹਾਂ ਦਾ ਉਚਾਰਨ ਅਰਥ ਆਪੋ ਆਪਣੇ ਹੋ ਸਕਦੇ ਨੇ। ਇਸ ਕਰਕੇ ਜ਼ਰੂਰੀ ਨਹੀਂ ਕਿ ਅਸੀਂ ਸਾਰਿਆਂ ਦੇ ਨਾਲ ਹੀ ਸਹਿਮਤੀ ਜਿਹੜੀ ਉਹ ਸਾਡੀ ਵਿਚਾਰ ਦੀ ਹੋਵੇ। ਕੁਝ ਮੱਤ ਜਿਹੜੇ ਨੇ, ਕੁਝ ਜਿਹੜੀਆਂ ਸੰਪਰਦਾਵਾਂ ਨੇ ਉਚਾਰਨ ਦੇ ਸੰਬੰਧ ਦੇ ਵਿੱਚ ਉਹ ਅਸਹਿਮਤੀ ਵੀ ਪ੍ਰਗਟ ਕਰ ਸਕਦੇ ਨੇ। ਇਸ ਕਰਕੇ ਇਹ ਗੁਰਮਤ ਦਾ ਸਿਧਾਂਤ ਹੈ, ਜਿੰਨੇ ਮਾਲਕ ਨੇ ਜਿਹਨੂੰ ਜਿੰਨੀ ਮੱਤ ਬਖਸ਼ੀ ਹੈ ਉਹ ਓਨੀ ਵਿਚਾਰ ਕਰਦਾ ਹੈ। ਮੈਂ ਕੋਸ਼ਿਸ਼ ਕਰਾਂਗਾ ਜਿੰਨੀ ਸਤਿਗੁਰਾਂ ਨੇ ਸਮਝ ਬਖਸ਼ੀ ਹੈ ਉਸ ਮੱਤ ਦੇ ਮੁਤਾਬਕ ਤੁਹਾਡੇ ਨਾਲ ਅੱਖਰੀ ਅਰਥ ਅਤੇ ਉਚਾਰਨ ਦੀ ਜਿਹੜੀ ਸਾਂਝ ਪਾ ਸਕਾਂ। ਇੱਕ ਹੋਰ ਬੇਨਤੀ ਕਿ ਇਹ ਉਚਾਰਨ ਅਤੇ ਅੱਖਰੀ ਅਰਥ ਜਿਹੜੇ ਨੇ ਇਹ ਲਾਸਟ ਸੱਚ ਨਹੀਂ ਨੇ, ਕਿਉਂਕਿ ਬਾਣੀ ਅਗਾਧ ਬੋਧ ਹੈ। ਇਹਨੂੰ ਬਾਣੀ ਦੇ ਕਰਤਾ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਜੀ ਆਪ ਹੀ ਇਹਦੇ ਅਰਥ ਜਾਣਦੇ ਨੇ, ਆਪ ਹੀ ਇਹਦਾ ਉਚਾਰਨ ਜਿਹੜਾ ਉਹ ਸ਼ੁੱਧ ਜਾਣਦੇ ਨੇ। ਸਾਡਾ ਇੱਕ ਨਿਮਾਣਾ ਜਿਹਾ ਯਤਨ ਹੈ। ਸੋ ਜਿਸ ਵੇਲੇ ਸਿੱਖ ਅੰਮ੍ਰਿਤ ਵੇਲੇ ਬਾਣੀ ਪੜ੍ਹਦਾ ਹੈ ਅਤੇ ਸਭ ਤੋਂ ਪ੍ਰਥਮ ਬਾਣੀ ਉਹ ਜਪਜੀ ਸਾਹਿਬ ਹੈ। ਇਹ ਜਪ ਇਸ ਬਾਣੀ ਦਾ ਨਾਮ ਹੈ। ਜੀ ਅਤੇ ਸਾਹਿਬ ਅਸੀਂ ਸਤਿਕਾਰ ਵਜੋਂ ਲਾਉਂਦੇ ਹਾਂ। ਸੋ ਇਸ ਜਪਜੀ ਸਾਹਿਬ ਜੀ ਦੇ ਪਾਠ ਦੇ ਵਿੱਚ ਭਾਵੇਂ ਵਿਆਕਰਨ ਵੀ ਕਾਫੀ ਅਹਿਮੀਅਤ ਰੱਖਦੀ ਹੈ, ਨਾਲ ਭਾਸ਼ਾ ਦਾ ਵੀ ਸਾਨੂੰ ਖਿਆਲ ਰੱਖਣਾ ਪੈਣਾ ਹੈ, ਪਰ ਮੈਂ ਸਿਰਫ ਬਿਲਕੁਲ ਸਧਾਰਨ ਜਿਹੇ ਤਰੀਕੇ ਦੇ ਨਾਲ ਨਾ ਤਾਂ ਬਹੁਤੀ ਭਾਸ਼ਾ ਵਾਲੇ ਪਾਸੇ ਜਾਵਾਂਗਾ, ਨਾ ਹੀ ਵਿਆਕਰਨ ਵਾਲੇ ਪਾਸੇ ਜਾਵਾਂਗਾ, ਕਿਉਂਕਿ ਆਮ ਸੰਗਤਾਂ ਨੂੰ ਜੇ ਵਿਆਕਰਨ ਵਾਲੇ ਪਾਸੇ ਲੈ ਚੱਲੀਏ ਤਾਂ ਕਿਸੇ ਵੇਲੇ ਪਾਠ ਪੜ੍ਹਦਿਆਂ ਉਹ ਹੋਰ ਹੀ ਲੀਹ 'ਤੇ ਚਲੇ ਜਾਂਦੇ ਨੇ, ਸਮਝਣਾ ਔਖਾ ਹੋ ਜਾਂਦਾ ਏ। ਸੋ ਆਪਾਂ ਸਿੰਪਲ ਜਿਹਾ ਸਧਾਰਨ ਜਿਹੇ ਤਰੀਕੇ ਦੇ ਨਾਲ ਸੌਖੇ ਜਿਹੇ ਕਰਕੇ ਅਰਥ ਜਿਹੜੇ ਉਹ ਸਾਂਝੇ ਕਰਾਂਗੇ। ਸਤਿਗੁਰੂ ਜੀ ਆਰੰਭ ਦੇ ਵਿੱਚ ਬਖਸ਼ਿਸ਼ ਕਰਦੇ ਨੇ। ਇਹ ਸਭ ਤੋਂ ਪਹਿਲਾਂ ਗੁਰਮਤਿ ਦਾ ਜਿਹੜਾ ਗੁਰਸਿੱਖੀ ਦਾ ਮੂਲ ਮੰਤਰ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਹੈ, ਇੱਕ ਓੰਕਾਰ। ਇਹਦਾ ਜਿਹੜਾ ਉਚਾਰਨ ਹੈ ਇਹਦਾ ਧਿਆਨ ਰੱਖਣਾ, ਇੱਕ ਮਕਾਰ ਨਹੀਂ ਪੜ੍ਹਨਾ, ਇੱਕ ਇਹ ਗਿਣਤੀ ਵਾਲਾ ਇੱਕ ਹੈ। ਓੰਕਾਰ, ਊੜੇ ਨੂੰ ਹੋੜਾ, ਇਹਦਾ ਮੂੰਹ ਖੁੱਲ੍ਹਾ ਵੀ ਆਉਂਦਾ ਹੈ। ਐੜੇ ਟਿੱਪੀ ਕੱਕੇ ਕੰਨਾਂ 'ਤੇ ਰਾਰਾ। ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ। ਇਹਨੂੰ ਭੰਗ ਪਾਠ ਨਹੀਂ ਬਣਾਉਣਾ, ਇਹ ਭੱਬੇ ਟਿੱਪੀ ਭੰਗ ਗੁਰ ਪ੍ਰਸਾਦ। ਪ੍ਰਸਾਦ ਦੇ ਪੱਪੇ ਦੇ ਪੈਰ 'ਚ ਰਾਰਾ ਏ, ਸੋ ਅੱਧਾ ਰਾਰਾ ਹੁਣ ਲੱਗਾ ਹੋਣ ਕਰਕੇ ਇਹਦਾ ਅੱਧੇ ਦਾ ਉਚਾਰਨ ਕਰਾਂਗੇ। ਇਹ ਗੁਰਮਤ ਦਾ ਮੂਲ ਮੰਤਰ ਜਿਹੜਾ ਏ ਇਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤਕਰੀਬਨ 33 ਵਾਰ ਮੁਕੰਮਲ ਰੂਪ ਦੇ ਵਿੱਚ ਆਇਆ ਏ। ਸੋ ਜਿਹੜੇ ਇਹਦੇ ਅਰਥ ਨੇ, ਇੱਕ ਉਹ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ। ਓੰਕਾਰ ਦਾ ਅਰਥ ਹੈ ਅਦੁੱਤੀ ਬ੍ਰਹਮ, ਉਹ ਅਕਾਲ ਪੁਰਖ ਵਾਹਿਗੁਰੂ। ਕਾਰ ਜਿਹੜਾ ਵੈਸੇ ਇਹ ਸੰਸਕ੍ਰਿਤ ਦਾ ਪਿਛੇਤਰ ਹੈ, ਪਰ ਸਤਿਗੁਰੂ ਜੀ ਇੱਥੇ ਸਾਨੂੰ ਬਖਸ਼ਿਸ਼ ਕਰਦੇ ਨੇ ਇੱਕ ਓੰਕਾਰ, ਉਹ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਇੱਕ ਹੈ। ਸਤਿਨਾਮ, ਸਤ ਦਾ ਅਰਥ ਹੈ ਜੀ ਸਦੀਵੀ ਹੋਂਦ ਵਾਲਾ, ਨਾਮ ਦਾ ਅਰਥ ਹੈ ਨਾਮਨਾ ਉਹਦਾ।
ਕਹਿੰਦੇ ਉਹ ਪਰਮਾਤਮਾ ਜਿਹੜਾ ਇੱਕ ਹੈ ਉਹਦਾ ਨਾਮ ਵੀ ਸੰਦੀਵੀ ਹੋਣ ਵਾਲਾ ਹੈ। ਇੱਥੇ ਇੱਕ ਗੱਲ ਯਾਦ ਰੱਖਿਓ, ਜਦੋਂ ਆਪਾਂ ਜਪਜੀ ਸਾਹਿਬ ਦੇ ਵਿੱਚ ਇਹ ਮੂਲ ਮੰਤਰ ਦੇ ਅਰਥ ਕਰਨੇ ਨੇ ਨਾ, ਤੇ ਮੂਲ ਮੰਤਰ ਦੇ ਅਰਥ ਜਿੰਨੇ ਵੀ ਆਪਾਂ ਕਰਨੇ ਨੇ ਉਹ ਇੱਕ ਓੰਕਾਰ ਨੂੰ ਲੈ ਕੇ ਕਰਨੇ ਨੇ। ਇੱਕ ਓੰਕਾਰ, ਉਹ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਇੱਕ ਹੈ। ਸਤਨਾਮ, ਉਸ ਦਾ ਨਾਮ ਸਤ ਹੈ। ਕਿਹਦਾ ਨਾਮ ਸਤ ਹੈ? ਇੱਕ ਓੰਕਾਰ ਦਾ। ਸਤਨਾਮ ਅੱਗੇ ਸ਼ਬਦ ਹੈ ਕਰਤਾ ਪੁਰਖ। ਕਰਤਾ ਦਾ ਅਰਥ ਹੈ ਬਣਾਉਣ ਵਾਲਾ, ਪੁਰਖ ਦਾ ਅਰਥ ਹੈ ਸਰਬ ਵਿਆਪਕ। ਹੁਣ ਹਰੇਕ ਚੀਜ਼ ਦਾ ਕੋਈ ਨਾ ਕੋਈ ਕਰਤਾ ਕਿਸੇ ਨਾ ਕਿਸੇ ਨੂੰ ਬਣਾਉਣ ਵਾਲਾ ਹੈ। ਸਮੁੱਚੇ ਖੰਡਾਂ ਬ੍ਰਹਿਮੰਡਾਂ ਨੂੰ ਸਾਜਣ ਵਾਲਾ ਉਹ ਪਰਮਾਤਮਾ, ਉਹਨੂੰ ਕਰਤਾ ਕਿਹਾ ਹੈ। ਪੁਰਖ ਦਾ ਅਰਥ ਹੈ ਸਰਬ ਵਿਆਪਕ। ਉਹ ਪਰਮਾਤਮਾ ਜਿਹੜਾ ਇੱਕ ਹੈ, ਉਹ ਹੀ ਸਾਰੀ ਸ੍ਰਿਸ਼ਟੀ ਦਾ, ਖੰਡਾਂ ਬ੍ਰਹਿਮੰਡਾਂ ਦਾ ਕਰਤਾ ਹੈ। ਉਹ ਇਕੱਲਾ ਕਰਤਾ ਨਹੀਂ, ਉਹ ਇਹਨਾਂ ਸਾਰਿਆਂ ਦੇ ਵਿੱਚ ਸਰਬ ਵਿਆਪਕ ਹੈ। ਇਸ ਕਰਕੇ ਉਹਨੂੰ ਕਰਤਾ ਪੁਰਖ ਵੀ ਕਿਹਾ ਜਾਂਦਾ ਹੈ। ਨਿਰਭਉ, ਭਉ ਕਹਿੰਦੇ ਨੇ ਡਰ ਨੂੰ। ਕਹਿਣ ਲੱਗੇ ਨਿਰ ਦਾ ਅਰਥ ਹੈ ਰਹਿਤ। ਕਹਿਣ ਲੱਗੇ ਉਹ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਉਹ ਭੈ ਤੋਂ ਰਹਿਤ ਹੈ, ਉਹ ਕਿਸੇ ਤੋਂ ਡਰਦਾ ਨਹੀਂ। ਅੱਗੇ ਸ਼ਬਦ ਹੈ ਨਿਰਵੈਰ। ਨਿਰ ਦਾ ਫਿਰ ਅਰਥ ਰਹਿਤ ਹੋ ਗਿਆ, ਵੈਰ ਦਾ ਅਰਥ ਕਰਾਂਗੇ ਵੈਰ ਰਹਿਤ। ਉਹ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਉਹ ਜਿਹੜਾ ਇੱਕ ਓੰਕਾਰ ਹੈ, ਉਹਦਾ ਕਿਸੇ ਨਾਲ ਕਿਸੇ ਕਿਸਮ ਦਾ ਵੈਰ ਨਹੀਂ। ਅਕਾਲ ਇੱਕ ਸ਼ਬਦ ਹੁੰਦਾ ਹੈ ਜੀ ਕਾਲ। ਕਾਲ ਦਾ ਅਰਥ ਹੈ ਮੌਤ, ਕਾਲ ਦਾ ਅਰਥ ਹੈ ਸਮਾਂ। ਐੜਾ ਅਗੇਤਰ ਲੱਗ ਗਿਆ, ਬਣ ਗਿਆ ਅਕਾਲ। ਅੱਗੇ ਸ਼ਬਦ ਹੈ ਮੂਰਤ। ਮੂਰਤ ਦਾ ਅਰਥ ਹੈ ਹਸਤੀ। ਸਤਿਗੁਰੂ ਜੀ ਇੱਥੇ ਬਖਸ਼ਿਸ਼ ਕਰਦੇ ਨੇ, ਕਹਿਣ ਲੱਗੇ ਉਹ ਪਰਮਾਤਮਾ ਉਹ ਹਸਤੀ ਜਾਂ ਉਹ ਸਰੂਪ ਜਿਹੜਾ ਕਾਲ ਰਹਿਤ ਹੈ। ਨਾ ਉਹਦੇ 'ਤੇ ਸਮੇਂ ਦਾ ਕੋਈ ਰੂਲ ਲਾਗੂ ਹੁੰਦਾ ਹੈ, ਨਾ ਉਹਦੇ 'ਤੇ ਜਿਹੜਾ ਹੈ ਉਹ ਮੌਤ ਦਾ ਰੂਲ ਲਾਗੂ ਹੁੰਦਾ ਹੈ। ਇਹ ਪਾਠ ਇਕੱਠਾ ਕਰਨਾ ਹੈ। ਅਕਾਲ ਮੂਰਤ, ਇਹਦਾ ਅਰਥ ਹੋ ਗਿਆ ਉਹ ਅਕਾਲ ਪੁਰਖ ਵਾਹਿਗੁਰੂ ਉਹਦਾ ਸਰੂਪ ਜਿਹੜਾ ਹੈ ਉਹ ਕਾਲ ਤੋਂ ਰਹਿਤ ਹੈ। ਭਾਵ ਉਹ ਪਰਮਾਤਮਾ ਦੇ ਸਰੀਰ ਦਾ ਨਾਸ਼ ਨਹੀਂ। ਜਦੋਂ ਉਹਦਾ ਸਰੀਰ ਹੀ ਕੋਈ ਨਹੀਂ ਫਿਰ ਉਹਦਾ ਨਾਸ਼ ਕੀ ਹੋਣਾ ਹੈ? ਉਹ ਅਕਾਲ ਹੈ। ਅੱਗੇ ਸ਼ਬਦ ਹੈ ਅਜੂਨੀ। ਆ ਜੂਨੀ ਪਾਠ ਨਹੀਂ ਕਰਨਾ, ਅਜੂਨੀ। ਐੜਾ ਜੂਨੀ, ਐੜਾ ਅਗੇਤਰ ਲੱਗਾ ਹੈ, ਭਾਵ ਜੂਨਾ ਤੋਂ ਰਹਿਤ। ਕਹਿੰਦੇ ਉਹ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਉਹ ਜੂਨਾ ਤੋਂ ਰਹਿਤ ਹੈ, ਉਹ ਜੂਨਾ ਦੇ ਵਿੱਚ ਨਹੀਂ ਆਉਂਦਾ। ਅੱਗੇ ਸ਼ਬਦ ਹੈ ਸਹਿ ਭੰਗ। ਇਹਦਾ ਜਿਹੜਾ ਉਚਾਰਨ ਹੈ ਉਹ ਆਪਾਂ ਨਾਸਕੀ ਕਰਨਾ ਹੈ। ਇਹਨੂੰ ਜਿਹੜਾ ਹੈ ਉਹ ਭੰਗ ਨਹੀਂ ਬਣਾ ਦੇਣਾ, ਸਹਿ ਭੰਗ। ਇਹਦਾ ਅਰਥ ਕਰਾਂਗੇ ਜਿਹੜਾ ਆਪਣੇ ਆਪ ਤੋਂ ਪ੍ਰਕਾਸ਼ਮਾਨ ਹੋਣ ਵਾਲਾ, ਉਹ ਕਿਸੇ ਤੋਂ ਪੈਦਾ ਕੀਤਾ ਹੋਇਆ ਨਹੀਂ। ਦੇਖੋ ਪਰਮਾਤਮਾ ਦਾ ਨਾ ਕੋਈ ਮਾਂ ਹੈ ਨਾ ਕੋਈ ਪਿਓ ਹੈ, ਉਹਨੂੰ ਨਾ ਕਿਸੇ ਨੇ ਥਾਪਿਆ। ਇਹ ਅਸੀਂ ਅੱਗੇ ਜਪਜੀ ਸਾਹਿਬ 'ਚ ਪੜ੍ਹਾਂਗੇ ਕਿ ਥਾਪਿਆ ਨਾ ਜਾਏ ਕੀਤਾ ਨਾ ਹੋਏ। ਇਸ ਕਰਕੇ ਉਹਦਾ ਆਪਣੇ ਆਪ ਤੋਂ ਪ੍ਰਕਾਸ਼ ਹੈ, ਜਿਹਨੂੰ ਸਤਿਗੁਰਾਂ ਦੀ ਬਾਣੀ ਕਹਿੰਦੀ ਆਪ ਹੀ ਨੇ ਆਪ ਸਾਜਿਓ। ਉਹਨੇ ਆਪਣੇ ਆਪ ਤੋਂ ਸਾਰਾ ਪਸਾਰਾ ਕੀਤਾ ਹੋਇਆ। ਸਹਿ ਭੰਗ। ਅੱਗੇ ਸ਼ਬਦ ਹੈ ਗੁਰ ਪ੍ਰਸਾਦ। ਪ੍ਰਸਾਦ ਦਾ ਅਰਥ ਹੈ ਕਿਰਪਾ। ਕਹਿਣ ਲੱਗੇ ਉਹ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ, ਫਿਰ ਸੁਣ ਲਓ, ਜਿਹਦਾ ਨਾਮ ਸੱਚਾ ਹੈ, ਜਿਹੜਾ ਸ੍ਰਿਸ਼ਟੀ ਦਾ ਕਰਤਾ ਅਤੇ ਉਹ 'ਚ ਸਰਬ ਵਿਆਪਕ ਹੈ, ਜਿਹੜਾ ਡਰ ਤੋਂ ਰਹਿਤ ਹੈ, ਜਿਹੜਾ ਵੈਰ ਤੋਂ ਰਹਿਤ ਹੈ, ਜਿਹਦੀ ਹਸਤੀ ਕਾਲ ਤੋਂ ਰਹਿਤ ਹੈ, ਜਿਹੜਾ ਜੂਨਾਂ 'ਚ ਨਹੀਂ ਆਉਂਦਾ, ਆਪਣੇ ਆਪ ਤੋਂ ਪ੍ਰਕਾਸ਼ਮਾਨ ਹੈ। ਉਹ ਇਹੋ ਜਿਹਾ ਅਕਾਲ ਪੁਰਖ ਵਾਹਿਗੁਰੂ ਜਿਹੜਾ ਹੈ ਉਹ ਗੁਰ ਪ੍ਰਸਾਦ, ਗੁਰੂ ਦੀ ਕਿਰਪਾ ਦੇ ਦੁਆਰਾ ਪ੍ਰਾਪਤ ਹੁੰਦਾ ਹੈ। ਕਦੀ ਕੋਈ ਮਨੁੱਖ ਗੁਰੂ ਤੋਂ ਬਿਨਾਂ, ਗੁਰੂ ਦੀ ਰਹਿਮਤ ਤੋਂ ਬਿਨਾਂ ਪਰਮਾਤਮਾ ਦੀ ਪ੍ਰਾਪਤੀ ਨਹੀਂ ਕਰਦਾ। ਕਹਿ ਲਗੇ ਜੇ ਪਰਮਾਤਮਾ ਦੀ ਪ੍ਰਾਪਤੀ ਕਰਨੀ ਹੈ ਤੇ ਤੇਰੇ ਉੱਤੇ ਗੁਰ ਪ੍ਰਸਾਦ ਦਾ, ਗੁਰੂ ਦੀ ਕਿਰਪਾ ਦਾ ਹੋਣਾ ਅਤ ਜ਼ਰੂਰੀ ਹੈ। ਇਹ ਜਿਹੜਾ ਇੱਥੋਂ ਤੱਕ ਗੁਰ ਪ੍ਰਸਾਦ ਹੈ ਇਹ ਸਿੱਖੀ ਦਾ ਮੂਲ ਮੰਤਰ ਹੈ। ਇਸ ਤੋਂ ਅੱਗੇ ਬਾਣੀ ਸ਼ੁਰੂ ਹੁੰਦੀ ਹੈ ਜਪ। ਇਹ ਬਾਣੀ ਦਾ ਨਾਮ ਹੈ। ਇਹਦਾ ਜਿਹੜਾ ਹੈ ਉਹ ਜਪਜੀ ਸਾਹਿਬ ਦਾ ਪਾਠ ਇਹ ਤੋਂ ਸ਼ੁਰੂ ਹੁੰਦਾ ਹੈ। ਇਹਦੇ ਵਿੱਚ 2 ਸ਼ਲੋਕ ਨੇ, ਇਹ ਗੱਲ ਯਾਦ ਰੱਖਿਓ। ਇੱਕ ਹੁਣ ਆਰੰਭ 'ਚ ਹੈ, ਇੱਕ ਪਵਨ ਗੁਰੂ ਪਾਣੀ ਪਿਤਾ ਵਾਲਾ। ਸੋ ਇਹ ਜਪ ਤੋਂ ਬਾਣੀ ਆਰੰਭ ਹੁੰਦੀ ਹੈ ਜੀ। ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਆਦ ਦਾ ਅਰਥ ਹੈ ਮੁੱਢ, ਸੱਚ ਦਾ ਅਰਥ ਹੈ ਸਦੀਵੀ ਰਹਿਣ ਵਾਲਾ, ਜੁਗਾਦ ਦਾ ਅਰਥ ਹੈ ਜਦੋਂ ਯੁੱਗ ਸ਼ੁਰੂ ਹੋਏ ਨੇ, ਹੈਪੀ ਦਾ ਅਰਥ ਹੈ ਹੁਣ ਵੀ, ਹੋਸੀ ਦਾ ਅਰਥ ਹੈ ਗਾਂ ਵੀ ਰਹੇਗਾ। ਇੱਥੇ ਇੱਕ ਗੱਲ ਜ਼ਰੂਰ ਧਿਆਨ 'ਚ ਰੱਖਣ ਵਾਲੀ ਹੈ ਕਿ ਇਹਦੇ ਅਰਥ ਇਹ ਨਹੀਂ ਕਰਨੇ
कि परमात्मा आदि तो सच है। इत्थे सिर्फ आदि साडे वास्ते शब्द वरतिया गया है, क्योंकि जदों शुरुआत हुई है असीं उहनूं मुੱਢ कहने आ, पर गुरमत ये कहती है अरबद नरबद धुंधू कारा धरन ना गगन ना हुक्म अपारा। जो कुछ नहीं सी, अरबद नरबद सी, सारे पासे धुंधू कार सी, याद रखियो परमात्मा उदों भी मौजूद सी। इस करके ये अर्थ करांगे आद सच, वो मुੱਢ तो भी जो मुੱਢ बनया है ना, वो उहदे तो पहलां दा भी परमात्मा सच है, वो उदों तो जिहड़ा मौजूद है। जुगाद सच, जो तो असी कहने आ कि सृष्टि के जिहड़े ने वो युग बने ने, युग होंद दे विच आए ने, कह लगे वो युगां तो भी मौजूद है, सच है पदाव उदों का भी सਦੀवी रहन वाला है भी सच, कह लगे हुण भी वो जिहड़ा मौजूद है। ये नहीं कि पहलां सी अज वो नहीं, सतगुरु कहते है भी वो हुण भी मौजूद है। नानक इहदा खास करके ख्याल रखना है। जो असी ये पंजाब दे विच विचरदे आ, माझे ते मालवे दे विच इस चीज़ का थोड़ा जिहा अंतर आउंदा है। माझे वालियां दे विच एक मुश्किल है, असी ये जिहड़ा सतगुरां दा पवित्र नाम है उन्होंने नानक पढ़ देने आ, जद कि ये शब्द है नानक, दोवें नन्ने लगे हुए ने, नन्ने नूं कन्ना नन्ना ते कक्का नानक, इस करके इहदा उच्चारण नानक करना। नानक होसी भी सच, कहन लगे कि वो परमात्मा अगामी सदीवी होंद वाला रहेगा। ये नहीं कि वो अज है तो कल नहीं रहेगा, नहीं, वो परमात्मा अदुੱਤੀ ब्रह्म। सिर्फ इदां कह दईए कि जो कुछ नहीं सी उदों भी परमात्मा सी, तो याद रखियो जो कुछ नहीं रहेगा उदों भी परमात्मा जिहड़ा वो मौजूद रहेगा। अगे सतगुरु जी बख्शिश करते हैं, पहली पौड़ी आरंभ हो रही है जी, सोचै सोच न होवई जे सोची लख वार। इत्थे सोचै दा अर्थ सोचना नहीं करना भी जिवें मैं सोचा, नहीं, इत्थे सोचै दा अर्थ करना है सुचमता तो, सोच रखन तो, साफ सफाई तो। सतगुरु कहन लगे कि गल तो जिहड़ी सी वो अंदर दी सुचमता दी सी, मनुख ने की कीता, ये बाहरी सुचमता नूं लैके बैठ गया। कहन लगे सोचै, कहंदे जे तू बाहरी तौर ते सुचमता रखदा है, सोच ना, इहदा पाठ ना नहीं करना, नन्ना मुक्ता ना हो वई। कहन लगे बाहरी सुचमता रखण दे नाल अंदर दा जिहड़ा मनुआ है इन्ने सुचिया नहीं होना। कई वारी ना धर्म की दुनिया दे विच ये भुलेखा पाया जाता है कि मनुख दा मन सुच्चा है। सतगुरु कहंदे बिल्कुल नहीं, मन सुच्चा बाणी दे नाल सिमरन दे नाल होना है, बाहरी सोच रखण दे नाल जिहड़ा वो मन सुच्चा नहीं हो सकदा। सोचै सोच ना होवई, बाहरी सुचमता रखण दे नाल मन जिहड़ा सुच्चा नहीं होवेगा। जे सोची लख वार, सोची का अर्थ करांगे जे मैं सुचमता रखां, कह लगे जे मैं लखां वार तीर्थां दा इशनान क्यों ना कर लवां, लखां वार जिहड़ा है वो अपने आप नूं सुचम रखण वास्ते कई थावां ते चुब्बियां क्यों ना कर लवां, मज्जण क्यों ना कर लवां, फिर भी मेरा मन जिहड़ा वो मैले दा मैला रहेगा, वो मन कदी भी सुच्चा नहीं हो सकदा। भाव ये होया कि बाहरी सुचमता दे नाल अंदर दा जिहड़ा मनुआ है वो सुच्चा नहीं होवेगा। अगे शब्द है चुप्पै, चुप ना होवई, चुप्पे का अर्थ करांगे चुप रहन दे नाल। कह लगे हुण मनुख बाहरी तौर ते जिहड़ा है वो चुप करके बैठ गया। सतगुरु कह लगे भलिया जे बाहरी तौर ते चुप करके बैठ गए, अंदर दा मनुआ ते तेरा रौला पाउंदा पिया है। इस करके चुप्पै, बाहरी चुप रखण दे नाल चुप ना, ये भी वो रूल लगेगा, ये नन्ना मुक्ता है हो वई। बाहरी चुप रखण दे नाल, मौन धारण दे नाल अंदर दा मनुआ चुप नहीं रहेगा। जे लाए रहा लिवतार, लिवतार का अर्थ करांगे लगातार एक रस। कहंदे एक रस मनुख जे समाधि ला के भी बैठा रहे तो याद रखी भलिया तेरी लाई हुई समाधि भी तेरे अंदर दे मनुए नूं कई बार चुप नहीं करा सकती। बाहरी चुप जिहड़ी है वो मन नूं चुप नहीं करा सकती। अगे शब्द है भुखियां भुख ना उतरी जे बन्ना पुरियां भार। कहन लगे कि भुखियां रहन दे नाल जे तू आखे मैं वर्त रख ला, बाहरी वर्त रखिया तो वर्त रख के परमात्मा तो मंगिया कि धन दौलत मंग लई, मोह ममता दुध पुत मंग ले। सतगुरु कहंदे एक दिन भुखिया रहा तो पता नहीं किन्नियां सालां दा खाण वास्ते रिजक मंग लिया। ये किहो जी गल है। कह लगे भुखियां भुख ना उतरी,
ਕਹਿ ਲਗੇ ਬਾਹਰੀ ਤੌਰ ਤੇ ਭੁੱਖੇ ਰਹਿਣ ਦੇ ਨਾਲ ਅੰਦਰ ਦੀ ਤ੍ਰਿਸ਼ਨਾ ਦੀ ਭੁੱਖ ਖਤਮ ਨਹੀਂ ਹੋ ਸਕਦੀ। ਜੇ ਬੰਨਾ ਪੁਰੀਆਂ ਭਾਰ, ਕਹਿਣ ਲੱਗੇ ਜੇ ਮੈਂ ਜਿੰਨੀਆਂ ਵੀ ਪੁਰੀਆਂ ਨੇ, ਜਿੰਨੇ ਵੀ ਲੋਕ ਨੇ, ਇਹਨਾਂ ਸਾਰਿਆਂ ਦਾ ਭਾਰ ਦਾ ਅਰਥ ਹੈ ਇਹਨਾਂ ਦੇ ਜਿੰਨੇ ਵੀ ਧਨ ਪਦਾਰਥ ਨੇ, ਇਹਨਾਂ ਦੀਆਂ ਜਿੰਨੀਆਂ ਵੀ ਜਿਹੜੀਆਂ ਲੋੜੀਂਦੀਆਂ ਮੇਰੇ ਲੋੜੀਂਦੀਆਂ ਵਸਤੂਆਂ ਨੇ, ਉਹਨਾਂ ਨੂੰ ਮੈਂ ਬੰਨ੍ਹ ਲਵਾਂ, ਜੇ ਉਹਨਾਂ ਨੂੰ ਸਾਂਭ ਵੀ ਲਵਾਂ ਤੇ ਯਾਦ ਰੱਖਿਓ ਸਤਿਗੁਰੂ ਕਹਿਣ ਲੱਗੇ ਮਨੁੱਖ ਦੀ ਤਾਂ ਵੀ ਅੰਦਰ ਦੀ ਤ੍ਰਿਸ਼ਨਾ ਦੀ ਭੁੱਖ ਖਤਮ ਨਹੀਂ ਹੋਵੇਗੀ। ਅੰਦਰ ਦੀ ਭੁੱਖ ਜਿਹੜੀ ਹੈ ਯਾਦ ਰੱਖਿਓ ਸਤਿਗੁਰਾਂ ਦੀ ਬਾਣੀ ਕਹਿੰਦੀ ਹੈ ਬਿਨਾਂ ਸੰਤੋਖ ਨਹੀਂ ਕਹੂ ਰਾਜੇ, ਨਾਮ ਤੋਂ ਬਿਨਾਂ ਕੋਈ ਰੱਜਦਾ ਨਹੀਂ। ਬਾਹਰੀ ਵਰਤ ਰੱਖਣ ਦੇ ਨਾਲ ਅੰਦਰ ਦੀ ਤ੍ਰਿਸ਼ਨਾ ਦੀ ਭੁੱਖ ਨਹੀਂ ਜਿਹੜੀ ਉਹ ਮਰ ਸਕਦੀ। ਅੱਗੇ ਸਤਿਗੁਰੂ ਕਹਿ ਲਗੇ ਸਹਿਸ ਸਿਆਣਪਾਂ ਲੱਖ ਹੋਹੇ ਤਾਂ ਇੱਕ ਨਾ ਚੱਲੈ ਨਾਲ। ਇਹਦਾ ਤੱਤਾ ਤੇ ਨੰਨਾ ਇਹ ਦੋਵੇਂ ਮੁਕਤੇ ਨੇ। ਸਹਿਸ ਦਾ ਅਰਥ ਹੈ ਸੈਂਕੜੇ, 100 ਦੇ ਹਿਸਾਬ ਦੇ ਨਾਲ। ਸਿਆਣਪਾਂ ਦਾ ਅਰਥ ਹੈ ਚਲਾਕੀਆਂ। ਕਹਿਣ ਲੱਗੇ ਜੇ ਮਨੁੱਖ 100 ਦੇ ਸਹਿਸ ਦਾ ਅਰਥ ਹੈ ਹਜ਼ਾਰਾਂ ਦੇ ਹਿਸਾਬ ਦੇ ਨਾਲ ਜਿਹੜੀ ਹੈ ਉਹ ਚਤੁਰਾਈਆਂ ਕਿਉਂ ਨਾ ਵਰਤ ਲਵੇ। ਸਹਿਸ ਸਿਆਣਪਾਂ ਲੱਖ ਹੋਵੇ, ਜੇ ਮਨੁੱਖ ਦੇ ਅੰਦਰ ਹਜ਼ਾਰਾਂ ਹੀ ਜਿਹੜੀਆਂ ਚਤੁਰਾਈਆਂ ਕਿਉਂ ਨਾ ਹੋਵਣ, ਪਰ ਯਾਦ ਰੱਖੀ ਤਾਂ ਇੱਕ ਨਾ ਚੱਲੈ ਨਾਲ। ਪਰਮਾਤਮਾ ਦੇ ਘਰ ਦੇ ਵਿੱਚ ਤੇਰੀ ਜਿਹੜੀ ਸਿਆਣਪ ਹੈ, ਤੇਰੀ ਜਿਹੜੀ ਚਤੁਰਾਈ ਹੈ, ਉਹਨਾਂ ਦੇ ਵਿੱਚੋਂ ਇੱਕ ਵੀ ਨਹੀਂ ਜਾਣੀ, ਕਿਉਂਕਿ ਚਤੁਰਾਈਆਂ ਚਲਾਕੀਆਂ ਇੱਥੇ ਰਹਿ ਜਾਂਦੀਆਂ ਨੇ ਗੁਰਮੁਖੋ। ਪਰਮਾਤਮਾ ਘਰ ਦੇ ਵਿੱਚ ਤੇ ਪ੍ਰੇਮਾ ਭਗਤੀ ਪ੍ਰਵਾਨ ਹੈ। ਸਹਿਸ ਸਿਆਣਪਾਂ ਲੱਖ ਹੋਹੇ ਤਾਂ ਇੱਕ ਨਾ ਚੱਲੈ ਨਾਲ। ਇਹਦਾ ਪਾਠ ਹੋਹੇ ਕਰਨਾ, ਇਹਦੇ ਤੇ ਵੀ ਬਿੰਦੀ ਲਾਉਣੀ ਆਪਾਂ। ਅੱਗੇ ਸ਼ਬਦ ਹੈ ਕਿਵ ਸਚਿਆਰਾ ਹੋਈਐ। ਇਹ ਇੱਕ ਸਵਾਲ ਹੈ ਵੀ ਸਤਿਗੁਰੂ ਜੇ ਚੁੱਪ ਰਹਿਣ ਦੇ ਨਾਲ ਮਨ ਚੁੱਪ ਨਹੀਂ ਹੋ ਰਿਹਾ, ਵਰਤ ਰੱਖਣ ਦੇ ਨਾਲ ਤ੍ਰਿਸ਼ਨਾ ਦੀ ਭੁੱਖ ਨਹੀਂ ਜਾ ਰਹੀ, ਚੰਗੇ ਬਣਨ ਦੇ ਨਾਲ ਸਿਆਣਪ ਹਾਸਲ ਕਰਨ ਦੇ ਨਾਲ ਪਰਮਾਤਮਾ ਦੇ ਘਰ ਦੇ ਵਿੱਚ ਪ੍ਰਾਪਤੀ ਨਹੀਂ, ਬਾਹਰੀ ਸੁਚਮਤਾ ਦੇ ਨਾਲ ਅੰਦਰ ਦਾ ਮਨੂਆ ਸੋਚਾ ਨਹੀਂ ਹੋ ਰਿਹਾ, ਤੇ ਫਿਰ ਮੈਂ ਸਚਿਆਰ ਹੋਵਾਂ ਕਿਵੇਂ? ਕਿਵੇਂ ਮਨੁੱਖ ਜਿਹੜਾ ਉਹ ਰੱਬ ਦੇ ਘਰ 'ਚ ਪ੍ਰਵਾਨ ਹੋਵੇ? ਕਿਵ ਸਚਿਆਰਾ ਹੋਈਐ, ਮੈਂ ਕਿਵੇਂ ਸਚਿਆਰ ਹੋ ਸਕਦਾ ਹਾਂ? ਮਨੁੱਖ ਕਿਵੇਂ ਸਚਿਆਰ ਹੋ ਸਕਦਾ ਹੈ? ਕਿਵ ਕੂੜੈ ਟੁੱਟੈ ਪਾਲ, ਤੇ ਪਾਲ ਕਹਿੰਦੇ ਨੇ ਕੰਧ ਨੂੰ, ਕੂੜੇ ਦਾ ਅਰਥ ਹੈ ਕੂੜ ਦੀ। ਕਹਿ ਲਗੇ ਜਿਹੜੀ ਮੇਰੇ ਅਤੇ ਪ੍ਰਮਾਤਮਾ ਦੇ ਦਰਮਿਆਨ ਇੱਕ ਝੂਠ ਦੀ, ਇੱਕ ਕੂੜ ਦੀ ਦੀਵਾਰ ਬਣੀ ਹੋਈ ਹੈ, ਉਹ ਫਿਰ ਕਿਵੇਂ ਟੁੱਟ ਸਕਦੀ ਹੈ? ਵੀ ਜੇ ਰੱਬ ਇਹਨਾਂ ਤਰੀਕਿਆਂ ਨਾਲ ਨਹੀਂ ਮਿਲਦਾ, ਦੇਖੋ ਉੱਪਰ ਇਹ 4 ਤਰੀਕੇ ਦੱਸੇ ਨੇ, ਉਹਨਾਂ ਨਾਲ ਰੱਬ ਨਹੀਂ ਮਿਲਿਆ, ਤੇ ਫਿਰ ਕਿਵੇਂ ਸਚਿਆਰ ਹੋਵਾਂ? ਕਿਵੇਂ ਰੱਬ ਮਿਲੇ? ਕਿਵ ਸਚਿਆਰਾ ਹੋਈਐ, ਕਿਵ ਕੂੜੈ ਟੁੱਟੈ ਪਾਲ। ਤੇ ਇਹਦਾ ਨਾਲ ਹੀ ਸਤਿਗੁਰੂ ਜਵਾਬ ਦਿੰਦੇ ਨੇ, ਕਹਿ ਲਗੇ ਭਲਿਆ ਜੇ ਰੱਬ ਦੀ ਪ੍ਰਾਪਤੀ ਕਰਨੀ ਹੈ ਨਾ, ਇੱਕ ਗੱਲ ਚੇਤਾ ਰੱਖੀ, ਹੁਕਮ ਰਜ਼ਾਈ ਚੱਲਣਾ। ਕਹਿ ਲਗੇ ਪਰਮਾਤਮਾ ਦੀ ਰਜ਼ਾ ਦੇ ਵਿੱਚ, ਪਰਮਾਤਮਾ ਅਤੇ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਦੇ ਵਿੱਚ ਤੁਰਨਾ ਸਿੱਖ ਲਾ। ਇਹੋ ਵਿਧੀ ਵਿਧਾਨ ਹੈ ਜੋ ਸਾਡੇ ਨਾਲ ਸ਼ੁਰੂ ਤੋਂ ਚੱਲਿਆ ਆ ਰਿਹਾ। ਨਾਨਕ ਲਿਖਿਆ ਨਾਲ। ਕਹਿ ਲਗੇ ਧੁਰ ਤੋਂ ਹੀ ਜਿਉਂ ਦੋ ਜੀਵ ਜਿਹੜਾ ਹੈ ਉਹ ਸੰਸਾਰ 'ਚ ਆਇਆ, ਜਾਂ ਇਉਂ ਕਹਿ ਲਈਏ ਜਦੋਂ ਦਾ ਜਗਤ ਬਣਿਆ ਹੈ, ਉਹ ਉਦੋਂ ਤੋਂ ਹੀ ਪ੍ਰਮਾਤਮਾ ਦਾ ਹੁਕਮ ਜੀਵ ਦੇ ਨਾਲ ਚੱਲਿਆ ਆ ਰਿਹਾ ਹੈ। ਤੂੰ ਸਚਿਆਰ ਪੁੱਛਦਾ ਹੈ ਕਿਵੇਂ ਹੋਣਾ ਹੈ? ਤੇ ਸਤਿਗੁਰਾਂ ਨੇ ਇਸ ਪਹਿਲੀ ਪੌੜੀ ਦੇ ਅਖੀਰ ਦੇ ਵਿੱਚ ਜਵਾਬ ਦਿੱਤਾ, ਹੁਕਮ ਰਜ਼ਾਈ ਚੱਲਣਾ। ਇੱਥੇ ਰਜ਼ਾਈ ਪਾਠ ਜੱਜੇ ਪੈਰ ਬਿੰਦੀ ਲੱਗੇਗੀ। ਕਹਿਣਗੇ ਉਸ ਪਰਮਾਤਮਾ ਦੀ ਰਜ਼ਾ ਦੇ ਵਿੱਚ, ਉਹਦੇ ਹੁਕਮ ਦੇ ਵਿੱਚ ਚੱਲਣ ਦੇ ਨਾਲ ਹੀ ਜਿਹੜਾ ਹੈ ਉਹ ਮਨੁੱਖ ਸਚਿਆਰ ਬਣ ਸਕਦਾ ਹੈ। ਹੁਕਮ ਰਜ਼ਾਈ ਚੱਲਣਾ, ਇਹ ਹੁਕਮ ਅੱਜ ਤੋਂ ਨਹੀਂ। ਕਹਿਣਗੇ ਨਾਨਕ ਲਿਖਿਆ ਨਾਲ, ਕਹਿੰਦੇ ਜਦੋਂ ਤੋਂ ਜਗਤ ਬਣਿਆ ਹੈ ਨਾ, ਇਹ ਉਦੋਂ ਤੋਂ ਹੀ ਪਰਮਾਤਮਾ ਦਾ ਵਿਧੀ ਵਿਧਾਨ ਇਹ ਉਦੋਂ ਤੋਂ ਹੀ ਚੱਲਦਾ ਆ ਰਿਹਾ ਹੈ, ਉਦੋਂ ਤੋਂ ਹੀ ਹੁਕਮ ਲਾਗੂ ਹੈ। ਸੋ ਇਹ ਸੀ ਪਹਿਲੀ ਪੌੜੀ ਦੀ ਵਿਚਾਰ। ਆਪਾਂ ਥੋੜ੍ਹੇ 10-10, 15-15 ਮਿੰਟ ਦੇ ਵਿੱਚ ਜਿੰਨਾ ਕੁ ਸਤਿਗੁਰੂ ਸਮੱਤ ਬਖਸ਼ਣਗੇ ਇਹਦੇ ਅੱਖਰੀ ਅਰਥ ਤੇ ਉਚਾਰਨ ਦੀ ਸਾਂਝ ਪਾਵਾਂਗੇ। ਆਪ ਸੰਗਤ ਨੇ ਇਹ ਇੱਕੋ ਹੀ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਸਾਡਾ ਮਕਸਦ ਕੇਵਲ ਤੇ ਕੇਵਲ ਇੰਨਾ ਕੁ ਹੈ ਕਿ ਜਿਹੜੀਆਂ ਸੰਗਤਾਂ ਰੋਜ਼ਾਨਾ ਅੰਮ੍ਰਿਤ ਬਾਣੀ ਦਾ ਪਾਠ ਕਰਦੀਆਂ ਨੇ, ਨਿਤਨੇਮ ਕਰਦੀਆਂ ਨੇ, ਸਾਨੂੰ ਇਹਦੇ ਅਰਥ ਤੇ ਇਹਦੇ ਉਚਾਰਨ ਦਾ ਪਤਾ ਲੱਗ ਸਕੇ, ਤਾਂ ਜੋ ਅਸੀਂ ਬਾਣੀ ਦਾ ਜਿਹੜਾ ਹੈ ਉਹ ਆਨੰਦ ਪ੍ਰਾਪਤ ਕਰ ਸਕੀਏ, ਬਾਣੀ ਪੜ੍ਹ ਕੇ ਲਾਹਾ ਖੱਟ ਸਕੀਏ। ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਜੀ। ਅਗਲੀ ਵਿਚਾਰ ਅਗਲੇ ਕਲਿੱਪ ਦੇ ਵਿੱਚ ਆਊਗੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ